ਤੁਹਾਡੇ ਨਜ਼ਰੀਏ ਦੇ ਵਿੱਚ ਉਹ ਜਿਹੜੀ ਸੰਸਦ ਹੈ ਤੇ ਉਹਦੇ ਸਾਹਮਣੇ ਇੱਕ ਕਿਸਾਨਾਂ ਨੇ ਆਪਣੀ ਸੰਸਦ ਚਲਾਈ ਹੋਈ ਹੈ, ਕੀ ਦਬਾਅ ਪਾ ਰਹੀ ਹੋਗੀ ਉਹਦੇ? ਕਿਸੇ ਵਿਸ਼ੇ ਤੇ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸ ਤਰੀਕੇ ਨਾਲ ਚਰਚਾ ਕਰਨੀ ਚਾਹੀਦੀ ਹੈ, ਜਿਹੜੀ ਚਰਚਾ ਇਹ ਲੋਕਾਂ ਨੇ ਨਹੀਂ ਕੀਤੀ। ਤੇ ਅਸੀਂ ਵੀ ਦਿਖਾਉਣਾ ਚਾਹੁੰਦੇ ਹਾਂ ਕਿ ਜਦ ਔਰਤਾਂ ਪਾਰਲੀਮੈਂਟ ਚਲਾਉਣ ਤੇ ਉਹ ਵਧੀਆ ਤਰੀਕੇ ਨਾਲ ਚੱਲਦੀ ਵੀ ਹੈ ਤੇ ਵਧੀਆ ਤਰੀਕੇ ਨਾਲ ਚਰਚਾ ਵੀ ਹੁੰਦੀ ਹੈ। ਕੀ ਲੱਗਦਾ ਹੈ ਕਿ ਅੱਜ ਇੱਥੋਂ ਔਰਤਾਂ ਨੂੰ ਕੁਝ ਅਜਿਹਾ ਸਿਖਾ ਕੇ ਜਾਇਆ ਜਾਵੇਗਾ ਕਿ ਉਹ ਗਰਾਊਂਡ ਲੈਵਲ ਤੋਂ ਉੱਠ ਕੇ ਪਾਰਲੀਮੈਂਟ ਤੱਕ ਇਹ ਗੱਲ ਦੀ ਮੰਗ ਕਰਨੀ ਹੈ ਕਿ ਬਰਾਬਰਤਾ ਦਾ ਅਧਿਕਾਰ ਇੱਥੇ ਵੀ ਸਾਨੂੰ ਦਿੱਤਾ ਜਾਵੇ? ਬੱਸਾਂ ਦੇ ਪਿੱਛੇ, ਟਰੱਕਾਂ ਦੇ ਪਿੱਛੇ ਬੇਟੀ ਬਚਾਓ ਬੇਟੀ ਪੜਾਓ ਕੱਲੇ ਸਲੋਗਨ ਨਾਲ ਗੱਲ ਨਹੀਂ ਬਣਨੀ। ਜੇ ਔਰਤਾਂ ਸਮਾਜ ਦੀਆਂ 50% ਪੋਪੂਲੇਸ਼ਨ ਦਾ ਹਿੱਸਾ ਨੇ ਤੇ 50% ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਮੰਨਣਾ ਪਏਗਾ ਕਿ ਕਈ ਪੁਰਸ਼ਾਂ ਨੂੰ ਆਪਣੀ ਆਟੋਮੈਟਿਕ ਜਿਹੜੀ ਪ੍ਰਿਵਿਲੇਜ ਹੈ ਉਹ ਗਿਵ ਅਪ ਕਰਨੀ ਪਊਗੀ। ਮਸਲਾ ਸਾਰਾ ਹੀ ਹੈ। ਉਮੀਦ ਕਰਦੇ ਹਾਂ ਕਿ ਇੱਕ ਹੋਰ ਦਿਨ ਹੈ ਜਿਹੜਾ, ਜਾਂ ਇੱਕ ਤੋਂ ਵੱਧ ਦਿਨ, ਜਾਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਬਰਾਬਰ ਦੇ ਅੱਧੇ ਦਿਨ ਔਰਤਾਂ ਨੂੰ ਇੱਥੇ ਦੇ ਦਿੱਤੇ ਜਾਣ। ਜਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਹੈ, ਮੇਰਾ ਇਹ ਮੰਨਣਾ ਹੈ ਕਿ ਅੱਧੋ ਅੱਧ ਔਰਤਾਂ ਚਲਾਉਣ ਤਾਂ ਹੀ ਅਸੀਂ ਅੱਗੇ ਖੜੇ ਹੋ ਕੇ ਮੰਗ ਕਰ ਸਕਦੇ ਹਾਂ ਕਿ ਬਈ 50% ਔਰਤਾਂ ਹੋਣੀ ਚਾਹੀਦੀਆਂ ਪਾਰਲੀਮੈਂਟ 'ਚ। ਇੱਕ ਔਰਤ ਹੈ, ਉਹਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਸਮਾਜ ਨੂੰ ਜਨਨੀ ਹੈ, ਬੜੇ ਰਾਜੇ ਮਹਾਰਾਜੇ ਨੇ ਪੈਦਾ ਕੀਤੇ ਨੇ, ਪਰ ਦੂਸਰੇ ਪਾਸੇ ਇੱਕ ਔਰਤ ਹੈ ਜਿਹੜੀ ਬਿਆਨ ਦਿੰਦੀ ਹੈ ਕਿਸਾਨਾਂ ਨੂੰ, ਉਹ ਮਵਾਲੀ ਤੱਕ ਆਖ ਜਾਂਦੇ ਨੇ। ਇਹ ਕਿਸ ਤਰ੍ਹਾਂ ਦੀ ਮਾਨਸਿਕਤਾ, ਇਹਨੂੰ ਕਿਵੇਂ ਦੇ? ਜਿਹੜੇ ਕੰਮ ਪਹਿਲਾਂ ਦੋ ਅੱਡ ਕੇਂਦਰੀ ਮੰਤਰੀਆਂ ਨੂੰ ਦਿੱਤੇ ਹੋਏ ਸੀਗੇ ਦਸੰਬਰ ਜਨਵਰੀ 'ਚ ਕਿ ਬਈ ਤੁਸੀਂ ਕਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਤੁਸੀਂ ਬਦਨਾਮ ਕਰਨਾ ਹੈ, ਉਹ ਡਿਊਟੀ ਇਹ ਮੈਡਮ ਨੂੰ ਫੜਾਈ ਹੋਈ ਹੈ ਹੁਣ। ਤੇ ਫਿਰ ਬੀਬੀ ਲੱਗੀ ਹੋਈ ਹੈ ਕੁਛ ਨਾ ਕੁਛ ਕਹਿਣ। ਇਹ ਆਪਣਾ ਕੰਮ ਕਰ ਰਹੀ ਹੈ ਵਿਚਾਰੀ, ਇਹ ਆਪਣਾ ਕੰਮ ਕਰ ਰਹੀ ਹੈ ਵਿਚਾਰੀ। ਜਿਹੜੀ ਸੰਸਦ ਹੈ ਉਹ ਤੋਂ 100 ਮੀਟਰ ਦੀ ਦੂਰੀ ਤੇ ਜਿਹੜੇ ਕਿਸਾਨ ਆਗੂ ਨੇ ਤੇ ਕਿਸਾਨ ਆਏ ਹੋਏ ਨੇ, ਤਾਂ ਇਹਨਾਂ ਨੇ ਸੱਦਾ ਵੀ ਇੱਕ ਦਿਨ ਦਿੱਤਾ ਸੀ, ਤਾਂ ਖੇਤੀਬਾੜੀ ਮੰਤਰੀ ਇੱਥੇ ਪਹੁੰਚੇ ਨਹੀਂ ਹੈਗੇ। ਕਿਵੇਂ ਲੱਗਦਾ ਉਹਨਾਂ ਦੇ ਬਿਆਨਾਂ ਨੂੰ ਕਿ ਬਿਆਨ ਦੇ ਦਿੰਦੇ ਨੇ, ਆ ਕੇ ਇੱਥੇ ਗੱਲਬਾਤ ਕਿਉਂ ਨਹੀਂ ਕਰਦੇ? ਉਹਨਾਂ ਦੀ ਨੀਅਤ ਹੀ ਨਹੀਂ ਹੈ ਜੀ। ਉਹ ਤਾਂ ਅੜੇ ਹੋਏ ਹੈ ਕਿ ਅਸੀਂ ਤਾਨਾਸ਼ਾਹੀ ਮਤਲਬ ਕਰ ਰਹੇ ਨੇ ਕਿ ਅਸੀਂ ਇਹ ਕਾਨੂੰਨ ਪਾਸ ਕਰਤੇ। ਬੇਸ਼ੱਕ ਉਹ ਕਾਨੂੰਨ ਚੰਗੇ ਤਰੀਕੇ ਨਾਲ ਪਾਸ ਨਹੀਂ ਕੀਤੇ ਗਏ ਹੋਣੇ ਤੇ ਚਰਚਾ ਨਹੀਂ ਕੀਤੀ, ਪਰ ਹੁਣ ਤਾਂ ਜੀ ਹੋ ਗਏ ਜੀ ਪਾਸ, ਜੋ ਮਰਜ਼ੀ ਕਰ ਲਓ। ਤਾਂ ਜੀ ਹੋ ਗਏ ਜੀ ਪਾਸ, ਜੋ ਮਰਜ਼ੀ ਕਰ ਲਓ। ਸਰਕਾਰ ਦਾ ਜਿਹੜੀ ਇਹ ਪੋਜੀਸ਼ਨ ਹੈ, ਅਸੀਂ ਸਮਝਦੇ ਇਹ ਫਲॉड ਹੈ, ਕਿਉਂਕਿ ਜਿਹੜੇ ਬਿੱਲ ਪ੍ਰੋਪਰ ਤਰੀਕੇ ਨਾਲ ਪਾਸ ਹੀ ਨਹੀਂ ਹੋਏ ਉਹਨਾਂ 'ਚ ਅਮੈਂਡਮੈਂਟ ਦਾ ਮਤਲਬ ਹੀ ਨਹੀਂ ਬਣਦਾ। ਔਰਤਾਂ ਨੂੰ ਗ੍ਰਾਸ ਰੂਟ ਲੈਵਲ ਤੇ ਉੱਠ ਕੇ ਹੱਕ ਆਪਣੇ ਮੰਗਣੇ ਪੈਣਗੇ, ਕਿਸੇ ਨੇ ਥਾਲੀ ਤੇ ਪਰੋਸ ਕੇ ਦੇਣੀ ਇਹਨਾਂ ਨੂੰ। ਮੁੱਖ ਸੰਸਦ ਦੇ ਬਿਲਕੁਲ ਬਰਾਬਰ ਕਿਸਾਨਾਂ ਨੇ ਆਪਣੀ ਸੰਸਦ ਲਗਾਈ ਹੋਈ ਹੈ, ਜਿਸ ਦੇ ਵਿੱਚ ਅੱਜ ਦਾ ਜਿਹੜਾ ਸਾਰਾ ਸੰਸਦ ਦਾ ਪ੍ਰੋਗਰਾਮ ਹੈ ਬੀਬੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ 8 ਮਹੀਨੇ ਪੂਰੇ ਹੋ ਚੁੱਕੇ ਨੇ। ਇੱਕ ਵੱਡੀ ਗੱਲ ਇਹ ਹੈ ਕਿ ਜਿਹਨਾਂ ਬੀਬੀਆਂ ਨੂੰ ਘਰਾਂ ਦੇ ਚੁੱਲ੍ਹੇ ਚੌਂਕਿਆਂ ਤੋਂ ਵੇਲ ਨਹੀਂ ਸੀ ਹੁੰਦੀ, ਅੱਜ ਉਹ ਬੀਬੀਆਂ ਇੱਥੇ ਸੰਸਦ ਚਲਾ ਰਹੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੁਲਪਨਾਗ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੁਲਪਨਾਗ ਜੀ, KTV ਚੈਨਲ ਤੇ ਸਵਾਗਤ ਕਰਦੇ ਹਾਂ। ਫਤਿਹ ਸਾਂਝੀ ਕਰਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਤੁਹਾਡੇ ਨਜ਼ਰੀਏ ਦੇ ਵਿੱਚ ਉਹ ਜਿਹੜੀ ਸੰਸਦ ਹੈ ਤੇ ਉਹਦੇ ਸਾਹਮਣੇ ਇੱਕ ਕਿਸਾਨਾਂ ਨੇ ਆਪਣੀ ਸੰਸਦ ਚਲਾਈ ਹੋਈ ਹੈ, ਕੀ ਦਬਾਅ ਪਾ ਰਹੀ ਹੋਗੀ ਉਹਦੇ ਉੱਤੇ? ਅਸੀਂ ਇੱਕ ਤਾਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਕਿਸੇ ਵਿਸ਼ੇ ਤੇ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸ ਤਰੀਕੇ ਨਾਲ ਚਰਚਾ ਕਰਨੀ ਚਾਹੀਦੀ ਹੈ, ਜਿਹੜੀ ਚਰਚਾ ਇਹ ਲੋਕਾਂ ਨੇ ਨਹੀਂ ਕੀਤੀ। ਸਾਡੇ ਜਿਹੜੇ ਲੋਕ ਬੈਠੇ ਨੇ ਪਾਰਲੀਮੈਂਟ 'ਚ, ਜਦ ਇਹ 3 ਕਾਨੂੰਨ ਪਾਸ ਹੋਏ ਨੇ, ਉਹ ਚਰਚਾ ਅਸੀਂ ਕਰਕੇ ਦਿਖਾ ਰਹੇ ਹਾਂ ਕਿ ਬਈ ਕਿਸ ਤਰੀਕੇ ਨਾਲ ਚਰਚਾ ਹੋਣੀ ਚਾਹੀਦੀ ਹੈ। ਦੂਜੀ ਗੱਲ, ਅਸੀਂ ਇਹ ਮੰਨਦੇ ਹਾਂ SKM ਦੇ ਵੱਲੋਂ, ਕਿਸਾਨਾਂ ਦੇ ਵੱਲੋਂ, ਕਿ ਲੈਜਿਸਲੇਟਿਵ ਪ੍ਰੋਸੈਸ 'ਚ, ਡੈਮੋਕ੍ਰੇਸੀ 'ਚ ਔਰਤਾਂ ਦੀ ਬਰਾਬਰ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਤੇ ਅਸੀਂ ਇਹ ਵੀ ਦਿਖਾਉਣਾ ਚਾਹੁੰਦੇ ਹਾਂ ਕਿ ਜਦ ਔਰਤਾਂ ਪਾਰਲੀਮੈਂਟ ਚਲਾਉਣ ਤੇ ਉਹ ਵਧੀਆ ਤਰੀਕੇ ਨਾਲ ਚੱਲਦੀ ਵੀ ਹੈ ਤੇ ਵਧੀਆ ਤਰੀਕੇ ਨਾਲ ਚਰਚਾ ਵੀ ਹੁੰਦੀ ਹੈ। ਤੇ ਇਹ ਅੱਜ ਦੇ 2 ਮੇਨ ਗੋਲ ਨੇ। ਜਿਹੜੀ ਮੁੱਖ ਪਾਰਲੀਮੈਂਟ ਹੈ ਉਹਦੇ ਵਿੱਚ ਔਰਤਾਂ ਦੀ ਗਿਣਤੀ ਬੜੀ ਘੱਟ ਹੈ। ਅਸਲੀਅਤ ਇਹ ਹੈ ਕਿ ਜਦੋਂ ਕੋਈ ਸੀਟ ਰਿਜ਼ਰਵ ਹੁੰਦੀ ਹੈ ਉਦੋਂ ਹੀ ਕਿਸੇ ਔਰਤ ਨੂੰ ਲੜਾਇਆ ਜਾਂਦਾ। ਪਿੰਡਾਂ ਦੇ ਪੱਧਰ ਤੇ ਆਈਏ ਤਾਂ ਔਰਤ ਨੂੰ ਲੜਾਇਆ ਜਾਂਦਾ, ਤਾਂ ਜਿਹੜੀ ਸਰਪੰਚੀ ਹੈ ਉਹਦਾ ਘਰ ਵਾਲਾ ਕਰਦਾ। ਕੀ ਲੱਗਦਾ ਹੈ ਕਿ ਅੱਜ ਇੱਥੋਂ ਔਰਤਾਂ ਨੂੰ ਕੁਝ ਅਜਿਹਾ ਸਿਖਾ ਕੇ ਜਾਇਆ ਜਾਵੇਗਾ ਕਿ ਉਹ ਗਰਾਊਂਡ ਲੈਵਲ ਤੋਂ ਉੱਠ ਕੇ ਪਾਰਲੀਮੈਂਟ ਤੱਕ ਇਹ ਗੱਲ ਦੀ ਮੰਗ ਕਰਨੀ ਹੈ ਕਿ ਬਰਾਬਰਤਾ ਦਾ ਅਧਿਕਾਰ ਇੱਥੇ ਵੀ ਸਾਨੂੰ ਦਿੱਤਾ ਜਾਵੇ? ਦੇਖੋ ਜੀ, ਇਹ ਮੁਹਿੰਮ ਤਾਂ ਬਹੁਤ ਲੰਬੀ ਚੱਲਣੀ ਹੈ। ਜਿਹੜੇ ਪੁਰਸ਼ ਨੇ ਸਾਡੀ ਸੁਸਾਇਟੀ 'ਚ, ਉਹਨਾਂ ਵਾਸਤੇ 100% ਰਿਜ਼ਰਵੇਸ਼ਨ ਹੈ ਤੇ ਉਹ ਰਿਜ਼ਰਵੇਸ਼ਨ ਗਿਵ ਅਪ ਕਰਨੀ ਸੌਖੀ ਨਹੀਂ ਹੈ, ਕਿਉਂਕਿ ਜਿਹੜੇ ਕੰਮ ਤੇ ਤੁਹਾਡਾ ਹੱਕ ਤੁਸੀਂ ਸਮਝਦੇ ਹੋ ਨਾ, ਤੁਸੀਂ ਉਹੀ ਚੀਜ਼ ਵਾਸਤੇ ਤੁਹਾਨੂੰ ਕਿਸੇ ਔਰਤ ਨਾਲ ਕੰਪੀਟ ਕਰਨਾ ਪਵੇ, ਔਖਾ ਤਾਂ ਲੱਗੂਗਾ ਹੀ, ਪਰ ਉਹਨੂੰ ਫੈਸਿਲਿਟੇਟ ਕਰਨਾ ਸਰਕਾਰ ਦਾ ਕੰਮ ਹੈ। ਤੇ ਬੱਸਾਂ ਦੇ ਪਿੱਛੇ, ਟਰੱਕਾਂ ਦੇ ਪਿੱਛੇ ਬੇਟੀ ਬਚਾਓ ਬੇਟੀ ਪੜਾਓ ਕੱਲੇ ਸਲੋਗਨ ਨਾਲ ਗੱਲ ਨਹੀਂ ਬਣਨੀ। ਇਹ ਐਜੂਕੇਸ਼ਨ ਡੀਪਰ ਹੈ, ਓਪਰਚੁਨਿਟੀ ਦੇਣੀ ਪੈਣੀ ਹੈ। ਤੇ 33% ਦੇ ਕੇ ਕੀ ਓਪਰਚੁਨਿਟੀ ਦੇਣੀ ਹੈ? ਮਤਲਬ ਜੇ ਔਰਤਾਂ ਸਮਾਜ ਦੀਆਂ 50%
ਪੋਪੂਲੇਸ਼ਨ ਦਾ ਹਿੱਸਾ ਨੇ ਤੇ 50% ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਰਿਜ਼ਰਵੇਸ਼ਨ ਬਣਨ ਤਾਂ ਗੱਲ ਬਣਨੀ ਨਹੀਂ। ਜੇ ਬਣ ਸਕਦੀ ਹੁੰਦੀ ਤਾਂ ਅਸੀਂ ਅੱਜ ਇੱਥੇ ਨਾ ਬੈਠੇ ਹੁੰਦੇ ਕਿ ਮਤਲਬ 5% ਜਾਂ 9% ਹੈ ਸ਼ਾਇਦ ਸਾਡੀ ਅੱਜ ਦੀ ਤਰੀਕ 'ਚ ਪਾਰਲੀਮੈਂਟ 'ਚ ਔਰਤਾਂ, ਕਿ 10%, ਪਰ ਇਨਫ ਨਹੀਂ ਹੈਗੀਆਂ। ਤੇ ਜਦ ਤੱਕ ਸਰਕਾਰ ਇੰਟੈਂਟ ਨਹੀਂ ਦਿਖਾਊਗੀ, ਕਿ ਨੀਅਤ ਨਹੀਂ ਦਿਖਾਊਗੀ ਕਿ ਵੀ ਅਸੀਂ ਅਸਲ 'ਚ ਚਾਹੁੰਦੇ ਹਾਂ ਕਿ ਔਰਤਾਂ ਸਾਹਮਣੇ ਆਉਣ, ਉਹ ਕਰਨ ਲਈ ਉਹਨਾਂ ਨੂੰ ਇਹ ਮੰਨਣਾ ਪਏਗਾ ਕਿ ਕਈ ਪੁਰਸ਼ਾਂ ਨੂੰ ਆਪਣੀ ਆਟੋਮੈਟਿਕ ਜਿਹੜੀ ਪ੍ਰਿਵਿਲੇਜ ਹੈ ਉਹ ਗਿਵ ਅਪ ਕਰਨੀ ਪਊਗੀ। ਮਸਲਾ ਸਾਰਾ ਇਹੀ ਹੈ। 13 ਤਰੀਕ ਤੱਕ ਇਹ ਸੰਸਦ ਚੱਲਣੀ ਹੈ। ਉਮੀਦ ਕਰਦੇ ਹੋ ਕਿ ਇੱਕ ਹੋਰ ਦਿਨ ਹੈ ਜਿਹੜਾ, ਜਾਂ ਇੱਕ ਤੋਂ ਵੱਧ ਦਿਨ, ਜਾਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਬਰਾਬਰ ਦੇ ਅੱਧੇ ਦਿਨ ਔਰਤਾਂ ਨੂੰ ਇੱਥੇ ਦੇ ਦਿੱਤੇ ਜਾਣ? ਮੇਰੀ ਤਾਂ ਇਹੀ ਗੁਜ਼ਾਰਿਸ਼ ਹੋਊਗੀ ਐਸਕੇਐਮ ਨੂੰ ਕਿ ਅੱਧੋ ਅੱਧ ਦਿਨ ਜਿਹੜੇ ਹੋਣ ਔਰਤਾਂ ਚਲਾਉਣ, ਤੇ ਇੱਕ ਦਿਨ ਤਾਂ ਹੋਰ ਰੱਖਿਆ ਹੀ ਹੋਇਆ ਤਾਂ ਮੈਨੂੰ ਪਤਾ ਹੈ, ਪਰ ਜਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਹੈ ਮੇਰਾ ਇਹ ਮੰਨਣਾ ਹੈ ਕਿ ਅੱਧੋ ਅੱਧ ਔਰਤਾਂ ਚਲਾਉਣ, ਤਾਂ ਹੀ ਅਸੀਂ ਅੱਗੇ ਖੜੇ ਹੋ ਕੇ ਮੰਗ ਕਰ ਸਕਦੇ ਹਾਂ ਕਿ ਬਈ 50% ਔਰਤਾਂ ਹੋਣੀ ਚਾਹੀਦੀਆਂ ਪਾਰਲੀਮੈਂਟ 'ਚ। ਇੱਕ ਔਰਤ ਹੈ, ਉਹਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਸਮਾਜ ਨੂੰ ਜਨਨੀ ਹੈ, ਬੜੇ ਰਾਜੇ ਮਹਾਰਾਜੇ ਉਹਨੇ ਪੈਦਾ ਕੀਤੇ ਨੇ, ਪਰ ਦੂਸਰੇ ਪਾਸੇ ਇੱਕ ਔਰਤ ਹੈ ਜਿਹੜੀ ਬਿਆਨ ਦਿੰਦੀ ਹੈ ਕਿਸਾਨਾਂ ਨੂੰ, ਉਹ ਮਵਾਲੀ ਤੱਕ ਆਖ ਜਾਂਦੇ ਨੇ। ਇਹ ਕਿਸ ਤਰ੍ਹਾਂ ਦੀ ਮਾਨਸਿਕਤਾ, ਇਹਨੂੰ ਕਿਵੇਂ ਦੇਖਦੇ? ਦੇਖੋ ਜੀ, ਉਹਨਾਂ ਨੂੰ ਨਾ ਕੰਮ ਦਿੱਤੇ ਹੋਏ ਹੈ, ਜਿਹੜੇ ਕੰਮ ਪਹਿਲਾਂ 2 ਅੱਡ ਕੇਂਦਰੀ ਮੰਤਰੀਆਂ ਨੂੰ ਦਿੱਤੇ ਹੋਏ ਸੀਗੇ ਦਸੰਬਰ ਜਨਵਰੀ 'ਚ, ਕਿ ਬਈ ਤੁਸੀਂ ਕਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਤੁਸੀਂ ਬਦਨਾਮ ਕਰਨਾ ਹੈ, ਉਹ ਡਿਊਟੀ ਇਹ ਮੈਡਮ ਨੂੰ ਫੜਾਈ ਹੋਈ ਹੈ ਹੁਣ। ਤੇ ਫਿਰ ਬੀਬੀ ਲੱਗੀ ਹੋਈ ਹੈ ਕੁਛ ਨਾ ਕੁਛ ਕਹਿਣ, ਇਹ ਆਪਣਾ ਕੰਮ ਕਰ ਰਹੀ ਹੈ ਵਿਚਾਰੀ। ਮਤਲਬ ਤੁਸੀਂ ਘਰੇ ਜਦ ਜਿਵੇਂ ਤੁਹਾਨੂੰ ਇਹ ਲੱਗਦਾ ਕਿ ਨੇੜੇ ਤੇੜੇ ਚੋਰੀ ਹੋ ਜਾਂਦੀ ਹੈ, ਤੁਸੀਂ ਆਪਾਂ ਇੱਕ ਟੌਮੀ ਰੱਖ ਲੈਂਦੇ ਹੋ ਘਰੇ, ਬਸ ਉਹੀ ਕੰਮ ਬੀਬੀ ਕਰ ਰਹੀ ਵਿਚਾਰੀ। ਖੇਤੀਬਾੜੀ ਮੰਤਰੀ ਕਹਿੰਦੇ ਨੇ ਕਿ ਅਸੀਂ ਮੀਟਿੰਗ ਲਈ ਤਿਆਰ ਹਾਂ। ਜਿਹੜੀ ਸੰਸਦ ਹੈ ਉਹ ਤੋਂ 100 ਮੀਟਰ ਦੀ ਦੂਰੀ ਤੇ ਜਿਹੜੇ ਕਿਸਾਨ ਆਗੂ ਨੇ ਤੇ ਕਿਸਾਨ ਆਏ ਹੋਏ ਨੇ, ਤਾਂ ਇਹਨਾਂ ਨੇ ਸੱਦਾ ਵੀ ਇੱਕ ਦਿਨ ਦਿੱਤਾ ਸੀ, ਤਾਂ ਖੇਤੀਬਾੜੀ ਮੰਤਰੀ ਇੱਥੇ ਪਹੁੰਚੇ ਨਹੀਂ ਹੈਗੇ। ਕਿਵੇਂ ਲੱਗਦਾ ਉਹਨਾਂ ਦੇ ਬਿਆਨਾਂ ਨੂੰ ਕਿ ਬਿਆਨ ਦੇ ਦਿੰਦੇ ਨੇ, ਆ ਕੇ ਇੱਥੇ ਗੱਲਬਾਤ ਕਿਉਂ ਨਹੀਂ ਕਰਦੇ? ਉਹਨਾਂ ਦੀ ਨੀਅਤ ਹੀ ਨਹੀਂ ਹੈ ਜੀ, ਉਹ ਤਾਂ ਅੜੇ ਹੋਏ ਹੈ ਕਿ ਅਸੀਂ ਤਾਨਾਸ਼ਾਹੀ ਮਤਲਬ ਕਰ ਰਹੇ ਨੇ ਕਿ ਅਸੀਂ ਇਹ ਕਾਨੂੰਨ ਪਾਸ ਕਰਤੇ। ਬੇਸ਼ੱਕ ਉਹ ਕਾਨੂੰਨ ਚੰਗੇ ਤਰੀਕੇ ਨਾਲ ਪਾਸ ਨਹੀਂ ਕੀਤੇ ਗਏ ਹੋਣੇ, ਬੇਸ਼ੱਕ ਉਹ ਕਾਨੂੰਨ ਪ੍ਰੋਪਰ ਤਰੀਕੇ ਨਾਲ ਪਾਸ ਨਹੀਂ ਕੀਤੇ, ਚਰਚਾ ਨਹੀਂ ਕੀਤੀ, ਪਰ ਹੁਣ ਤਾਂ ਜੀ ਹੋ ਗਏ ਜੀ ਪਾਸ, ਜੋ ਮਰਜ਼ੀ ਕਰ ਲਓ। ਇਸ ਗੱਲ ਤੇ ਅੜੇ ਬੈਠੇ ਕਿ ਹੁਣ ਤਾਂ ਜੀ ਹੋ ਗਈ ਪਾਸ, ਹੁਣ ਤੁਸੀਂ ਬਸ ਕਿਸ ਤਰੀਕੇ ਨਾਲ ਹੁਣ ਅਮੈਂਡਮੈਂਟ ਕਰਾ ਲਓ ਤੇ ਲੈ ਲਓ। ਬਸ ਸਰਕਾਰ ਦਾ ਜਿਹੜੀ ਪੋਜੀਸ਼ਨ ਹੈ, ਅਸੀਂ ਸਮਝਦੇ ਹਾਂ ਇਹ ਫਲॉड ਹੈ, ਕਿਉਂਕਿ ਜਿਹੜੇ ਬਿੱਲ ਪ੍ਰੋਪਰ ਤਰੀਕੇ ਨਾਲ ਪਾਸ ਹੀ ਨਹੀਂ ਹੋਏ ਉਹਨਾਂ 'ਚ ਅਮੈਂਡਮੈਂਟ ਦਾ ਮਤਲਬ ਹੀ ਨਹੀਂ ਬਣਦਾ, ਉਹ ਤਾਂ ਰੱਦ ਹੋਣਗੇ, ਨਵੇਂ ਬਿੱਲ ਬਣਨਗੇ। ਲੱਗਦਾ ਨਹੀਂ ਕਿ ਸਰਕਾਰਾਂ ਨੇ ਕਿਤੇ ਨਾ ਕਿਤੇ ਇਹ ਗੱਲਾਂ ਚੰਗੀਆਂ ਹੋਈਆਂ ਨੇ ਕਿ ਇੱਕ ਪਾਸੇ ਕਾਨੂੰਨ ਪਾਸ ਕਰਤੇ, ਪਰ ਦੂਏ ਪਾਸੇ ਜਿਹੜੀਆਂ ਬੀਬੀਆਂ ਨੂੰ ਚੁੱਲ੍ਹੇ ਚੌਂਕੇ ਤੋਂ ਵੀ ਬੇਲ ਨਹੀਂ ਸੀ, ਅੱਜ ਉਹਨਾਂ ਨੂੰ ਇਹ ਦੱਸਤਾ ਕਿ ਸੰਸਦ ਦੇ ਵਿੱਚ ਕਾਨੂੰਨ ਕਿਵੇਂ ਪਾਸ ਹੁੰਦੇ ਨੇ, ਬਹਿਸਾਂ ਕਿਵੇਂ ਹੁੰਦੀਆਂ ਨੇ, ਜਿਹੜਾ ਸੰਸਦ ਚਲਾਉਣ ਦਾ ਢੰਗ ਹੈ ਉਹ ਕਿਵੇਂ ਦਾ। ਉਹ ਜਾਗਰੂਕਤਾ ਜਿਹੜੀ ਹੈਗੀ ਨਾ ਸਿਰਫ ਅੰਦੋਲਨ ਵਾਸਤੇ, ਪਰ ਸਾਡੇ ਰਾਜਨੀਤਿਕ ਲੈਂਡਸਕੇਪ ਵਾਸਤੇ ਬਹੁਤ ਜ਼ਰੂਰੀ ਹੈ। ਉਹ ਜਿਹੜੀ ਅੰਡਰਸਟੈਂਡਿੰਗ ਪੋਲੀਟੀਕਲ ਸਿਸਟਮ ਦੀ ਹੁੰਦੀ ਹੈ, ਲੈਜਿਸਲੇਟਿਵ ਪ੍ਰੋਸੈਸ ਦੀ ਹੁੰਦੀ ਹੈ, ਉਹ ਸਾਰਿਆਂ ਵਾਸਤੇ ਜ਼ਰੂਰੀ ਹੁੰਦੀ ਹੈ, ਬੀਬੀਆਂ ਲਈ ਵੀ ਤੇ ਆਪਣੇ ਭਰਾਵਾਂ ਤੇ ਦੂਜੇ ਪੁਰਸ਼ਾਂ ਲਈ ਵੀ। ਕਿਸਾਨਾਂ ਨੇ ਆਪਣੀ ਸੰਸਦ ਤਾਂ ਲਗਾਏ ਲਈ ਹੈ, ਪੰਜਾਬ ਦੇ ਵਿੱਚ ਵੀ ਅੱਗੇ ਚੋਣਾਂ ਆ ਰਹੀਆਂ ਨੇ, ਦੇਸ਼ ਦੇ ਵਿੱਚ 24 ਦੇ ਵਿੱਚ ਆਉਣਗੀਆਂ। ਲੱਗਦਾ ਤੁਹਾਨੂੰ ਕਿ ਇਹਨਾਂ ਚੋਣਾਂ ਦੇ ਵਿੱਚ ਕਿਸਾਨਾਂ ਨੂੰ ਜਾਂ ਕਿਸਾਨ ਆਗੂਆਂ ਨੂੰ ਹਿੱਸਾ ਲੈ ਲੈਣਾ ਚਾਹੀਦਾ, ਕਿਉਂਕਿ ਜਿਹੜੀ ਸੰਸਦ ਹੈ ਉਹ ਤਾਂ ਚਲਾਏ ਲਈ ਹੈ, ਕਿਸਾਨਾਂ ਨੂੰ ਦੱਸ ਦਿੱਤਾ ਕਿ ਵੀ ਜਿਹੜੀ ਸੰਸਦ ਹੈ ਉਹ ਕਿਵੇਂ ਚਲਾਉਣੀ ਹੈ, ਤਾਂ ਕਿਉਂ ਨਾ ਇਸ ਦੇ ਵਿੱਚ ਵੜਿਆ ਜਾਵੇ, ਸੱਚੀ ਮੁੱਚੀ ਇਸ ਦੇ ਵਿੱਚ ਜਾ ਕੇ ਬੈਠਿਆ ਜਾਵੇ। ਨਹੀਂ ਦੇਖੋ, ਤੁਹਾਡੀ ਗੱਲ 'ਚ ਦਮ ਜ਼ਰੂਰ ਹੈਗਾ, ਪਰ ਇਹਦਾ ਜਵਾਬ ਪ੍ਰਧਾਨ ਦੇਣ ਉਹ ਬੈਟਰ ਰਹੂਗਾ। ਮੇਰੀ ਉਹ ਹੈ ਨਿੱਜੀ ਰਾਏ ਨਹੀਂ, ਪਰ ਮੈਂ ਨਿੱਜੀ ਰਾਏ ਦੇ ਨਹੀਂ ਸਕਦੀ ਨਾ, ਕਿਉਂਕਿ ਮੈਂ ਇੱਥੇ ਐਸਕੇਐਮ ਦੇ ਵੋਲੰਟੀਅਰ ਦੀ ਹੈਸੀਅਤ 'ਚ ਹੈ, ਮੇਰਾ ਅੱਜ ਇਹ ਗੱਲ 'ਚ ਪਾਸ ਪਾਇਆ ਹੋਇਆ ਹੈ, ਤੇ ਮੇਰੀ ਇਹ ਆਪਣੀ ਰਾਏ ਇੱਥੇ ਦੇਣਾ ਗਲਤ ਬਣਦੀ ਹੈ। ਪਰ ਤੁਸੀਂ ਇਸ ਜੇ ਸਵਾਲ ਆਗੂਆਂ ਨੂੰ ਪੁੱਛੋ, ਉਹਦਾ ਤੁਹਾਨੂੰ ਬੈਟਰ ਜਵਾਬ ਮਿਲੂਗਾ। ਤੁਸੀਂ ਦੇਖਦੇ ਕਿਵੇਂ ਹੋ ਕਿ ਅੱਜ ਔਰਤਾਂ ਨੂੰ ਇਹ ਚੀਜ਼ਾਂ ਵੀ ਸਿੱਖਣ ਨੂੰ ਮਿਲੀਆਂ ਕਿ ਸੰਸਦ ਚਲਾਉਣੀ ਕਿਵੇਂ ਆ, ਤਾਂ ਕੀ ਲੱਗਦਾ ਹੈ ਕਿ ਉਹ ਪਿੰਡਾਂ ਵਿੱਚ ਜਾ ਕੇ ਹੁਣ ਮੰਗ ਕਰਨਗੀਆਂ ਕਿ ਗਰਾਊਂਡ ਲੈਵਲ ਤੋਂ, ਜਿਹੜੀ ਮੈਂ ਪਹਿਲਾਂ ਗੱਲ ਕੀਤੀ, ਗਰਾਊਂਡ ਲੈਵਲ ਤੋਂ ਸਾਨੂੰ ਉੱਠਣ ਦੀ ਲੋੜ ਹੈ? ਸੌਰੀ ਜੀ, ਤੁਹਾਡੀ ਗੱਲ ਕੱਟ ਰਹੀ ਮੈਂ। ਔਰਤਾਂ ਨੂੰ ਗ੍ਰਾਸ ਰੂਟ ਲੈਵਲ ਤੇ ਉੱਠ ਕੇ ਹੱਕ ਆਪਣੇ ਮੰਗਣੇ ਪੈਣਗੇ, ਕਿਸੇ ਨੇ ਥਾਲੀ ਤੇ ਪਰੋਸ ਕੇ ਦੇਣੀ ਇਹਨਾਂ ਨੂੰ, ਤੇ ਜੇ ਜਾਗਰੂਕਤਾ ਇੱਥੋਂ ਸ਼ੁਰੂ ਹੁੰਦੀ ਹੈ ਬਹੁਤ ਵਧੀਆ। ਅੱਜ ਜਿਹੜੀ ਸੰਸਦ ਚੱਲ ਰਹੀ ਹੈ ਇਹਨੂੰ ਕਿੰਨਾ ਕੁ ਮੰਨਦੇ ਹੋ ਕਿ ਦੂਸਰੀ ਸੰਸਦ, ਜਿਹੜੀ ਮੁੱਖ ਸੰਸਦ ਦੇਸ਼ ਦੀ ਭਾਰਤ ਜਿਹੜੀ ਸੰਸਦ ਆ, ਉਹਦੇ ਮੁਕਾਬਲੇ ਜਿਹੜੀ ਆ ਸੰਸਦ ਚੱਲ ਰਹੀ ਹੈ, ਇਹਨਾਂ 'ਚ ਕਿਹੜੀ ਚੰਗੀ ਮੰਨਦੇ ਹੋ? ਦੇਖੋ ਜੀ, ਇਹ ਹੁਣ ਉਹ ਇੱਕ ਜਿਹੜੀ ਉਹ ਸੰਸਦ ਹੈ ਉਹ ਸਾਡੀ ਡੈਮੋਕ੍ਰੈਟਿਕ ਪ੍ਰੋਸੈਸ ਦਾ ਇੱਕ ਰਿਜ਼ਲਟ ਹੈ। ਇਹ ਜਿਹੜੀ ਸੰਸਦ ਹੈ ਉਹ ਡੈਮੋਕ੍ਰੈਟਿਕ ਪ੍ਰੋਸੈਸ 'ਚ ਕੀ ਗਲਤ ਹੈ ਉਹਦਾ ਇੱਕ ਐਗਜ਼ਾਮਪਲ ਹੈ। ਦੋਨੋਂ ਆਪਣੀ ਆਪਣੀ ਜਗ੍ਹਾ 'ਚ ਹੈਗੀਆਂ। ਸਿੱਖਣਾ ਚਾਹੀਦਾ, ਉਹ ਸਿੱਖ ਨਹੀਂ ਰਹੇ। ਉਹ ਇਹ ਕਹਿ ਰਹੇ ਨੇ ਕਿ ਜਿਹੜੀ ਇਹ ਸੰਸਦ ਹੈ ਇਹਦੇ ਕੋਈ ਮਾਇਨੇ ਨਹੀਂ ਹੈਗੇ, ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ, ਅਸੀਂ ਅਸਲੀ ਸੰਸਦ ਹਾਂ। ਪਰ ਜੇ ਅਸਲੀ ਸੰਸਦ 'ਚ ਕਿਵੇਂ ਪੇਸ਼ ਆਣਾ ਭੁੱਲ ਜੇ, ਫਿਰ ਉਹਨਾਂ ਨੂੰ ਲੋਕਾਂ ਨੂੰ ਸਿੱਖਿਆ ਤਾਂ ਲੈਣੀ ਪਊਗੀ ਨਾ। ਬਿਲਕੁਲ ਬਿਲਕੁਲ, ਥੈਂਕ ਯੂ। ਤਾਂ ਗੱਲਬਾਤ ਕੀਤੀ ਹੈ ਗੁਲਪਨਾਗ ਜੀ ਦੇ ਨਾਲ, ਉਹਨਾਂ ਆਖਿਆ ਕਿ ਜਿਹੜੀ ਦੇਸ਼ ਦੀ ਮੁੱਖ ਸੰਸਦ ਹੈ
ਉਹਨਾਂ ਨੂੰ ਇਸ ਸੰਸਦ ਤੋਂ ਇੱਕ ਵਾਰ ਸੇਧ ਹੈ ਜਿਹੜੀ ਉਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿ ਸੰਸਦ ਕਿਵੇਂ ਚਲਾਈ ਜਾਂਦੀ ਹੈ, ਲੋਕਾਂ ਦੇ ਦੁਆਰਾ ਚੁਣੇ ਹੋਏ ਨੁਮਾਇੰਦੇ ਕਿਵੇਂ ਲੋਕਾਂ ਦੇ ਲਈ ਕਾਨੂੰਨ ਪਾਸ ਕਰਦੇ ਨੇ। ਤਾਂ ਇਹ ਗੱਲ ਦੀ ਸੇਧ ਹੈ ਜਿਹੜੀ ਜ਼ਰੂਰ ਮੁੱਖ ਸੰਸਦ ਨੂੰ ਇਸ ਸੰਸਦ ਤੋਂ ਲੈ ਲੈਣੀ ਚਾਹੀਦੀ ਹੈ। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।